ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ। ਕਾਰ ਦੂਜਾ ਅਸ਼ਟਪਦੀਆਂ। ਇਕ ਓੰਕਾਰ ਸਤਿਗੁਰ ਪ੍ਰਸਾਦ। ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਹਰ ਰਸ ਚੋਗ ਚੁਗੈ ਪ੍ਰਭ ਭਾਵੈ। ਸਰਵਰ ਮਹਿ ਹੰਸ ਪ੍ਰਾਨਪਤ ਪਾਵੈ। ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਹਰ ਰਸ ਚੋਗ ਚੁਗੈ ਪ੍ਰਭ ਭਾਵੈ। ਸਰਵਰ ਮਹਿ ਹੰਸ ਪ੍ਰਾਨਪਤ ਪਾਵੈ। ਕਿਆ ਬਗ ਬਪੜਾ ਛਪੜੀ ਨਾਏ। ਕੀਚੜ ਡੂਬੈ ਮੈਲ ਨਾ ਜਾਏ। ਕਿਆ ਬਗ ਬਪੜਾ ਛਪੜੀ ਨਾਏ। ਕੀਚੜ ਡੂਬੈ ਮੈਲ ਨਾ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ। ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਜੀ ਸਮੁੱਚੇ ਹੀ ਸਤ ਸੰਗੀ ਗੁਰਮੁਖ ਮਾਈ ਭਾਈ। ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਅਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਦੇ ਲਈ ਬੜੀ ਸ਼ਰਧਾ ਭਾਵਨਾ ਆਦਵ ਸਤਿਕਾਰ ਦੇ ਸੰਯੋਗ ਤੇ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਚਵਰ ਛਤਰ ਤਖਤ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸਮੁੱਚੀ ਮਾਨਵਤਾ ਨੂੰ ਸੁੰਦਰ ਦਰਸ਼ਨ ਦੀਦਾਰ ਬਖਸ਼ੇ ਹਨ, ਉੱਥੇ ਸਾਰੀ ਹੀ ਕਾਇਨਾਤ ਦੇ ਭਲੇ ਵਾਸਤੇ ਪਾਵਨ ਸ੍ਰੀ ਮੁਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਾਨੂੰ ਬਖਸ਼ਿਸ਼ ਕੀਤੀ ਹੈ। ਅਤੇ ਨਾਲ ਹੀ ਸੰਕਰਾਂਤ ਦੇ ਸ਼ੁਭ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਅੱਸੂ ਦੇ ਮਹੀਨੇ ਦਾ ਜੋ ਪਾਵਨ ਫਲਾਦੇਸ਼ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਮਾਝ ਰਾਗ ਦੇ 12 ਮਹਾਂ ਦੇ ਅੰਦਰ ਦਰਜ ਕੀਤਾ, ਉਹ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਉਚਾਰਨ ਕਰਕੇ ਸ਼ਰਵਣ ਕਰਵਾਇਆ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁਖਵਾਕ ਸਾਹਿਬ ਦੀ ਕਥਾ ਵਿਚਾਰ ਆਪਾਂ ਸਮੁੱਚੀਆਂ ਸੰਗਤਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰਦੇ ਹਾਂ। ਸੋ ਆਓ ਕੁਝ ਕੁ ਸਮੇਂ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਕਰੀਏ ਇਕਾਗਰ। ਸਤਿਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਨਾਮ ਬਾਣੀ ਰੂਪ ਚਰਨਾਂ ਦਾ ਧਿਆਨ ਰੱਖ ਕਰਕੇ ਆਏ ਹੋਏ ਸ੍ਰੀ ਮੁਖ ਵਾਕ ਦੀ ਜੋ ਕਥਾ ਵਿਚਾਰ ਹੈ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ। ਘਰ ਦੂਜਾ ਅਸ਼ਟਪਦੀਆਂ। ਧਨਾਸਰੀ ਰਾਗਣੀ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 685 ਅਤੇ 86 ਅੰਗ ਦੇ ਉੱਪਰ ਸੁਭਾਏਮਾਨ ਹੈ। ਜਦੋਂ ਸਤਿਗੁਰਾਂ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਨਾਲ ਹੀ ਰਾਗਾਂ ਦੀ ਵੰਦਸ ਨੂੰ ਮੁੱਖ ਰੱਖਦਿਆਂ ਹੋਇਆਂ ਗਾਇਨ ਕਰਨ ਦਾ ਢੰਗ ਵੀ ਲਿਖ ਦਿੱਤਾ। ਜਦੋਂ ਰਾਗੀ ਸਿੰਘ ਇਸ ਪਾਵਨ ਗੁਰਬਾਣੀ ਦਾ ਸ਼ਬਦ ਗਾਇਨ ਕਰਨਗੇ ਇਸ ਸ਼ਬਦ ਨੂੰ ਦੂਸਰੇ ਘਰ ਤਾਲ ਦੇ ਵਿੱਚ ਪਾ ਕਰਕੇ ਗਾਇਆ ਜਾਵੇਗਾ। ਇਸ ਲਈ ਘਰ ਦੂਸਰਾ ਲਿਖਿਆ ਹੈ। ਅੱਗੇ ਸਤਿਗੁਰੂ ਪਾਤਸ਼ਾਹ ਦੇ ਬਚਨ ਹਨ ਅਸ਼ਟਪਦੀਆ। ਇਹ ਜਿਹੜਾ ਪਾਵਨ ਸ਼ਬਦ ਹੈ ਸ਼ਬਦ ਇੱਕ ਹੈ। ਇਸ ਦੇ ਅੰਦਰ ਪਦੀਆ ਇਸ ਦੀਆਂ ਪੌੜੀਆਂ 8 ਹੋਣਗੀਆਂ। ਪਦੇ ਨਾਮ ਹਿੱਸਿਆਂ ਦਾ ਹੈ। 8 ਹਿੱਸਿਆਂ ਦੇ ਅੰਦਰ ਵੰਡਿਆ ਹੋਇਆ ਸ਼ਬਦ ਤੇ ਪਦ ਨਾਮ ਪੈਰਾਂ ਦਾ ਹੁੰਦਾ, ਚਰਨਾਂ ਦਾ ਹੈ। ਇਹ ਪਾਵਨ ਗੁਰਬਾਣੀ ਦਾ ਜੋ ਸ਼ਬਦ ਹੈ 8 ਇਹ ਪਦੀਆਂ ਪੈਰਾਂ ਚਰਨਾਂ ਦੇ ਉੱਤੇ ਚੱਲੇਗਾ। 8 ਹਿੱਸਿਆਂ ਦੇ ਅੰਦਰ ਵੰਡਿਆ ਹੋਇਆ ਇਹ ਪਾਵਨ ਸ਼ਬਦ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਵਾਹਿਗੁਰੂ ਜੀ ਦਾ ਵਸਤੂ ਨਿਰਦੇਸ਼ ਜੋ ਮੰਗਲ ਕੀਤਾ ਹੈ, ਕਿਸੇ ਵਸਤੂ ਦਾ ਨਿਰਦੇਸ਼ ਕਹੀਏ ਕੋਈ ਨਿਰਣਾ ਕਰਨਾ ਵੀ ਵਸਤੂ ਕੀ ਹੈ, ਵਸਤੂ ਦਾ ਸਰੂਪ ਕੈਸਾ ਹੈ, ਵਸਤੂ ਦਾ ਕਿਰਿਆ ਕਰਮ ਕੀ ਹੈ, ਉਸ ਨੂੰ ਵਸਤੂ ਨਿਰਦੇਸ਼ ਮੰਗਲ ਕਹਿੰਦੇ ਨੇ। ਇੱਕ ਓੰਕਾਰ ਪਰਮਾਤਮਾ ਵਾਹਿਗੁਰੂ ਇੱਕ ਹੈ। ਉਸ ਪਰਮਾਤਮਾ ਵਰਗਾ ਕੋਈ ਦੂਸਰਾ ਪਰਮਾਤਮਾ ਨਹੀਂ ਹੈ। ਇੱਕ ਅਦੁੱਤੀ ਸਰੂਪ ਹੈ ਪਰਮਾਤਮਾ, ਜਿਸ ਦੀ ਸੋਭਾ ਕਿਸੇ ਨਾ ਦੂਸਰੇ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ, ਸੋਭਾ ਤੋਂ ਰਹਿਤ ਹੈ। ਓੰਕਾਰ ਸਮੂਹ ਜੀਵਾਂ ਦਾ ਪ੍ਰਕਾਸ਼ਕ, ਉਚਾਰਨ ਮਾਤਰ ਸਾਰਿਆਂ ਜੀਵਾਂ ਦੀ ਰਾਖੀ ਕਰਦਾ। ਸਤ ਗੁਰ ਪ੍ਰਸਾਦ, ਸਤ ਉਹ ਸੱਚਾ ਹੈ। ਤਰਈ ਕਾਲ ਅਵਾਦ ਤਿੰਨਾਂ ਸਮਿਆਂ ਵਿੱਚ ਉਸ ਸਰੂਪ ਦਾ ਕਦੇ ਅਭਾਵ ਨਹੀਂ ਹੁੰਦਾ, ਕਦੇ ਖਾਤਮਾ ਨਹੀਂ ਹੁੰਦਾ। ਸੱਚ ਸਰੂਪ ਹੈ ਤੇ ਗੁਰ ਚੇਤਨ ਰੂਪ ਹੈ। ਜਿਹੜਾ ਚੇਤਨ ਸਰੂਪ ਪਰਮਾਤਮਾ ਉਹ ਜੜਤਾ ਵਾਲੇ ਜੀਵਾਂ ਨੂੰ ਵੀ ਚੇਤਨ ਕਰਨ ਦੀ ਸਮਰੱਥਾ ਰੱਖਦਾ। ਪ੍ਰਸਾਦ ਦਾ ਅਰਥ ਹੈ ਆਨੰਦ ਸੁਖ ਸਰੂਪ। ਐਸੇ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਹੁੰਦੀ ਹੈ। ਗੁਰ ਸਾਗਰ ਰਤਨੀ ਭਰਪੂਰੇ। ਇਸ ਪਾਵਨ ਪਵਿੱਤਰ ਗੁਰਬਾਣੀ ਜੀ ਦੇ ਸ਼ਬਦ ਦੀ ਜੋ ਉਥਾਨਕਾ ਹੈ, ਜਿਸ ਵੇਲੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜਗਤ ਜਲੰਦੇ ਦੀ ਸਾਰ ਲੈਂਦਿਆਂ ਅਚਲ ਸਾਹਿਬ ਪਹੁੰਚੇ ਨੇ।
ਬਟਾਲੇ ਦੇ ਕੋਲ ਸਤਿਗੁਰੂ ਪਾਤਸ਼ਾਹ ਦਾ ਪਾਵਨ ਪਵਿੱਤਰ ਜੋ ਅਸਥਾਨ ਅੱਜ ਵੀ ਸੰਗਤਾਂ ਦਰਸ਼ਨ ਕਰਦੀਆਂ, ਇੱਥੇ ਸਿੱਧ ਨਾਥਾਂ ਦੇ ਨਾਲ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੋਸ਼ਟੀ ਹੋਈ। ਜਦੋਂ ਸਿੱਧ ਸਤਿਗੁਰਾਂ ਨੂੰ ਭੇਟੇ ਨੇ, ਗੁਰੂ ਸਾਹਿਬ ਨਾਲ ਮਿਲਾਪ ਇਹਨਾਂ ਦਾ ਹੋਇਆ, ਤਾਂ ਸਿੱਧਾਂ ਨੇ ਕੁਝ ਸਵਾਲ ਸਤਿਗੁਰਾਂ ਦੇ ਅੱਗੇ ਰੱਖੇ ਨੇ। ਪਹਿਲਾ ਸਵਾਲ ਉਹਨਾਂ ਨੇ ਕਹਿ ਦਿੱਤਾ ਕਿ ਗੁਰੂ ਨਾਨਕ ਦੇਵ ਸਾਹਿਬ, ਅਸੀਂ ਧਰਤੀ ਜਿਹੜੀ ਗੋਲਾਕਾਰ ਮੰਡਲ, ਇਹ ਧਰਤੀ, ਇਸ ਦੇ ਉੱਪਰ ਵਿਚਰਦੇ ਹਾਂ, ਯਾਤਰਾ ਕਰਦੇ ਹਾਂ। ਫਿਰ ਇਸ ਧਰਤੀ ਦੇ ਉੱਪਰ ਜਿਹੜਾ ਮਾਨ ਸਰੋਵਰ ਬਣਿਆ ਹੋਇਆ, ਉਸ ਮਾਨ ਸਰੋਵਰ ਵਿੱਚ ਇਸ਼ਨਾਨ ਕਰਦੇ ਜਾ ਕੇ ਉੱਥੋਂ ਸਾਨੂੰ ਰਤਨ ਜਵਾਹਰ ਆਦਿਕ ਵਡਮੁੱਲੀਆਂ ਜਿਹੜੀਆਂ ਵਸਤੂਆਂ ਪ੍ਰਾਪਤ ਹੁੰਦੀਆਂ। ਤੁਸੀਂ ਕਿਹੜੀ ਤੀਰਥ ਯਾਤਰਾ ਕਰਦੇ, ਕਿਹੜੇ ਮਾਨ ਸਰੋਵਰ ਤੇ ਜਾ ਕੇ ਇਸ਼ਨਾਨ ਕਰਦੇ ਹੋ? ਤਾਂ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਸਿੱਧ ਨਾਥਾਂ ਦੇ ਇਹ ਬਚਨ ਸੁਣ ਕਰਕੇ ਇਹ ਗੁਰਬਾਣੀ ਦਾ ਸ਼ਬਦ ਉਸ ਵੇਲੇ ਅਚਲ ਬਟਾਲੇ ਦੀ ਧਰਤੀ ਤੇ ਉਚਾਰਨ ਕੀਤਾ। ਸਤਿਗੁਰਾਂ ਨੇ ਬਚਨ ਕੀਤਾ ਕਿ ਗੁਰ ਸਾਗਰ ਰਤਨੀ ਭਰਪੂਰੇ। ਸਿੱਧ ਨਾਥੋ, ਜਿਵੇਂ ਤੁਸੀਂ ਮਾਨ ਸਰੋਵਰ ਦੀ ਗੱਲ ਕਰਦੇ ਕਿ ਉਸ ਉੱਪਰ ਜਾ ਕੇ ਅਸੀਂ ਇਸ਼ਨਾਨ ਕਰਦੇ ਹਾਂ, ਸਾਡੇ ਕੋਲ ਤੇ ਜਿਹੜਾ ਸਾਡਾ ਗੁਰੂ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹੈ, ਇਹੀ ਸਾਗਰ ਸਾਡਾ ਮਾਨ ਸਰੋਵਰ ਹੈ। ਕਹਿੰਦੇ ਜੀ ਉਸ ਮਾਨ ਸਰੋਵਰ ਦੇ ਉੱਪਰ ਤਾਂ ਹੀਰੇ, ਰਤਨ, ਜਵਾਹਰ ਆਦਿਕ ਜਾਂ ਸੁੱਚੇ ਮੋਤੀ ਉਹ ਪ੍ਰਾਪਤ ਹੁੰਦੇ ਨੇ। ਤੁਹਾਡੇ ਗੁਰੂ ਰੂਪ ਮਾਨ ਸਰੋਵਰ ਦੇ ਕੋਲ ਰਤਨ ਕਿਹੜੇ ਹਨ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਵੈਰਾਗ, ਵਿਵੇਕ, ਖਟ ਸੰਮਤੀ, ਮੋਖ ਇੱਛਾ, ਸ਼ਰਵਣ, ਮੰਨਣ, ਨਿਧਿਆਸਣ, ਇਹ ਸਾਰੇ ਸਤਿਗੁਰੂ ਪਾਤਸ਼ਾਹ ਸਾਡੇ ਪਰਮਾਤਮਾ ਰੂਪੀ ਜਿਹੜਾ ਮਾਨ ਸਰੋਵਰ ਹੈ, ਉਸ ਵਿੱਚ ਰਤਨੀ ਭਰਪੂਰੇ ਰਤਨ ਭਰੇ ਪਏ ਨੇ। ਜਦੋਂ ਕੋਈ ਗੁਰੂ ਰੂਪੀ ਮਾਨ ਸਰੋਵਰ ਦੇ ਅੰਦਰ ਜਾ ਕੇ ਚੁੱਭੀ ਲਾਵੇਗਾ, ਇਸ਼ਨਾਨ ਕਰੇਗਾ, ਕਿਸੇ ਨੂੰ ਬਰਾਗ ਦੀ ਪ੍ਰਾਪਤੀ ਹੋ ਜਾਣੀ, ਕਿਸੇ ਨੂੰ ਵਿਵੇਕ ਮਿਲ ਜਾਣਾ, ਕਿਸੇ ਨੂੰ ਇਸ ਪ੍ਰਕਾਰ ਖਟ ਸੰਮਤੀ, ਮੋਖ ਇੱਛਾ, ਇਹ ਜਿਹੜੀਆਂ ਐਸੀਆਂ ਵਡਮੁੱਲੀਆਂ ਦਾਤਾਂ ਇਹ ਰਤਨਾਂ ਵਰਗੀਆਂ ਮਿਲਦੀਆਂ ਨੇ। ਗੁਰੂ ਰੂਪੀ ਮਾਨ ਸਰੋਵਰ ਦੇ ਅੰਦਰ ਇਹ ਐਸੇ ਵਡਮੁੱਲੇ ਜਿਹੜੇ ਰਤਨ ਭਰ ਪੂਰੇ ਦਾ ਅਰਥ ਨੱਕੋ ਨੱਕ ਹੀ ਭਰੇ ਪਏ ਹਨ। ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਫਿਰ ਇਹਨਾਂ ਨੇ ਕਹਿਣਾ ਕੀਤਾ ਕਿ ਉਹ ਜਿਹੜੇ ਐਸੇ ਮਾਨ ਸਰੋਵਰ ਦੇ ਅੰਦਰ ਬਰਾਗ, ਵਿਵੇਕ, ਖਟ ਸੰਮਤੀ, ਮੋਖ ਇੱਛਾ ਆਦਿਕ ਇਹ ਰਤਨ ਹਨ, ਉਹਨਾਂ ਨੂੰ ਪ੍ਰਾਪਤ ਕੌਣ ਕਰਦਾ ਹੈ? ਸਤਿਗੁਰੂ ਪਾਤਸ਼ਾਹ ਕਹਿੰਦੇ ਅੰਮ੍ਰਿਤ ਸੰਤ ਚੁਗ ਹੈ। ਜਿਹੜੇ ਮਿਰਤੂ ਤੋਂ ਰਹਿਤ ਕਰ ਦੇਣ ਵਾਲੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਕਰਕੇ ਇਹ ਐਸੇ ਰਤਨ ਪ੍ਰਾਪਤ ਨੇ, ਇਹ ਪਰਮਾਤਮਾ ਵਾਹਿਗੁਰੂ ਦੇ ਸਿਮਰਨ ਕਰਨ ਵਾਲੇ ਸੰਤ ਹੀ ਚੁਗਦੇ ਨੇ। ਗੁਰੂ ਦੇ ਕੋਲ ਸ਼ਾਂਤ ਆਤਮਾ ਜੁੜਦੀਆਂ ਨੇ, ਗੁਰੂ ਦਾ ਸਿਮਰਨ ਕਰਕੇ ਉਹ ਐਸੀਆਂ ਵਡਮੁੱਲੀਆਂ ਦਾਤਾਂ ਪ੍ਰਾਪਤ ਕਰਦੀਆਂ ਨੇ। ਸੰਤ ਜਿਹੜੇ ਸਿਮਰਨ ਕਰਨ ਵਾਲੀਆਂ ਰੂਹਾਂ, ਉਹ ਐਸੇ ਮਿਰਤੂ ਤੋਂ ਰਹਿਤ ਕਰ ਦੇਣ ਵਾਲੇ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਰਸ ਨੂੰ ਚੁਗਦੇ ਨੇ, ਚੁਗਦੇ ਨੇ। ਨਹੀਂ ਦੂਰੇ, ਉਹ ਕਦੇ ਵੀ ਗੁਰੂ ਨੂੰ ਛੱਡ ਕੇ, ਪਰਮਾਤਮਾ ਨੂੰ ਛੱਡ ਕਰਕੇ ਦੂਰ ਨਹੀਂ ਜਾਂਦੇ। ਜਿਵੇਂ ਮਾਨ ਸਰੋਵਰ ਦੇ ਉੱਪਰ ਜਿਹੜੇ ਹੰਸ ਹੋਇਆ ਕਰਦੇ, ਸੁੱਚੇ ਮੋਤੀ ਚੁਗਦੇ ਨੇ, ਉਹ ਕਦੇ ਮਾਨ ਸਰੋਵਰ ਦਾ ਤਿਆਗ ਨਹੀਂ ਕਰਦੇ। ਇਸੇ ਪ੍ਰਕਾਰ ਜਿਹੜੇ ਸਿਮਰਨ ਕਰਨ ਵਾਲੇ ਸੰਤ ਭਗਤ ਗੁਰੂ ਦੇ ਸਿੱਖ ਹਨ, ਉਹ ਨਾਮ ਅੰਮ੍ਰਿਤ ਦਾ ਚੋਗਾ, ਪਰਮੇਸ਼ਰ ਵਾਹਿਗੁਰੂ ਦੇ ਪਿਆਰ ਪ੍ਰੇਮ ਦਾ ਚੋਗਾ ਚੁਗਦੇ ਨੇ, ਇਸ ਸਰੋਵਰ ਤੋਂ ਦੂਰ ਨਹੀਂ ਜਾਂਦੇ ਹਨ। ਹਰ ਰਸ ਚੋਗ ਚੁਗੈ ਪ੍ਰਭ ਭਾਵੈ। ਫਿਰ ਸਿੱਧਾਂ ਨੇ ਪੁੱਛਿਆ, ਮਹਾਰਾਜ ਇਹ ਚੋਗਾ ਕਿਹੜਾ ਚੁਗਦੇ ਨੇ ਇਸ ਸਰੋਵਰ ਦੇ ਉੱਪਰ ਆ ਕੇ ਸਿਮਰਨ ਕਰਨ ਵਾਲੇ? ਸਤਿਗੁਰੂ ਜੀ ਕਹਿੰਦੇ ਹਰ ਰਸ ਚੁਗ ਹੈ। ਹਰੀ ਪਰਮਾਤਮਾ ਵਾਹਿਗੁਰੂ ਜੀ ਦਾ ਜਿਹੜਾ ਐਸਾ ਰਸ ਪ੍ਰੇਮ ਹੈ, ਪ੍ਰੇਮ ਦਾ ਚੋਗਾ ਚੁਗਦੇ ਨੇ।
ਜਿਹੜੇ ਪ੍ਰੇਮ ਦੀਆਂ ਖੇਡਾਂ ਖੇਡਦੇ ਨੇ ਗੁਰੂ ਨਾਲ, ਪਰਮਾਤਮਾ ਜੀ ਦੇ ਨਾਲ, ਉਹ ਪ੍ਰਭ ਭਾਵੈ ਪਰਮਾਤਮਾ ਨੂੰ ਭਾਉਂਦੇ ਨੇ, ਵਾਹਿਗੁਰੂ ਜੀ ਨੂੰ ਪਿਆਰੇ ਲੱਗਦੇ ਹਨ। ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਇਹ ਗੁਰੂ ਰੂਪੀ ਜਿਹੜਾ ਮਾਨ ਸਰੋਵਰ ਹੈ, ਇਸ ਉੱਪਰ ਆ ਕੇ ਪਰਮਾਤਮਾ ਵਾਹਿਗੁਰੂ ਦੇ ਸਿਮਰਨ ਕਰਨ ਵਾਲੇ ਜਿਹੜੇ ਸੰਤਾਂ ਰੂਪ ਹੰਸ ਨੇ, ਉਹ ਪ੍ਰਾਨ ਪਤ ਪਾਵੇ। ਪ੍ਰਾਣਾਂ ਦਾ ਪਤੀ, ਸਾਰਿਆਂ ਦੇ ਸਵਾਸਾਂ ਦਾ ਮਾਲਕ ਪਰਮਾਤਮਾ, ਉਸ ਦੀ ਪਾਵੇ ਪ੍ਰਾਪਤੀ ਕਰ ਲੈਂਦੇ ਹਨ। ਕਿਆ ਬਗ ਬਪੁੜਾ ਛਪੜੀ ਨਾਏ। ਸਤਿਗੁਰੂ ਪਾਤਸ਼ਾਹ ਜੀ ਨੇ ਬੜਾ ਸੁੰਦਰ ਪ੍ਰਮਾਣ ਦਿੱਤਾ, ਤੇ ਸਤਿਗੁਰੂ ਕਹਿੰਦੇ ਕਿਆ ਬਗ ਬਪੜਾ ਛਪੜੀ ਨਾਏ। ਤੇ ਕਿਆ ਕਹਿੰਦੇ ਕਾਦੇ ਵਾਸਤੇ ਬਗ ਜਿਹੜਾ ਐਸਾ ਬਗਲਾ ਹੈ, ਬਪੜਾ ਵਿਚਾਰਾ, ਉਹ ਛਪੜੀ ਨਾਏ, ਛੱਪੜ ਦੇ ਵਿੱਚ ਨਹਾਉਣਾ ਕਰਦਾ ਹੈ। ਕੀਚੜ ਡੂਬੈ ਮੈਲ ਨਾ ਜਾਏ। ਛੱਪੜਾਂ ਦੇ ਵਿੱਚ ਇੱਕ ਤਾਂ ਕੀਚੜ ਕਹੀਏ ਚਿੱਕੜ ਹੁੰਦਾ, ਉਹ ਚਿੱਕੜ ਦੇ ਵਿੱਚ ਹੀ ਡੁੱਬ ਜਾਂਦਾ ਹੈ। ਫਿਰ ਜਿਹੜੀ ਅੰਦਰ ਕੋਈ ਮੈਲ ਲੱਗੀ ਹੁੰਦੀ ਜਾਂ ਸਰੀਰ ਦੇ ਉੱਪਰ ਵੀ ਮੈਲ ਲੱਗੀ ਹੈ, ਉਹ ਛੱਪੜ ਵਿੱਚ ਵੜਨ ਕਰਕੇ ਮੈਲ ਕਦੇ ਦੂਰ ਨਹੀਂ ਹੁੰਦੀ ਹੈ। ਇਹ ਬਾਹਰੀ ਪ੍ਰਮਾਣ ਦੇ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਕਿਆ ਬਗ ਬਪੜਾ ਛਪੜੀ ਨਾਏ। ਬਪੜਾ ਦਾ ਅਰਥ ਜਿਹੜਾ ਵਿਚਾਰਾ ਬਗਲੇ ਦੀ ਨਿਆਈ ਦੰਭੀ ਕੋਈ ਪਖੰਡੀ ਪੁਰਸ਼ ਹੈ, ਉਹ ਕਾਦੇ ਵਾਸਤੇ ਛਪੜੀ ਦਾ ਅਰਥ ਕੁਸੰਗਤ ਦੇ ਵਿੱਚ ਨਹਾਉਂਦਾ ਹੈ। ਤੇ ਕਿਉਂਕਿ ਇਸ ਪ੍ਰਕਾਰ ਉਥੇ ਜਿਹੜੀ ਕੋਈ ਵਿਸ਼ਿਆਂ ਵਿਕਾਰਾਂ ਦੀ ਐਸੀ ਮੈਲ ਹੀ ਲੱਗਦੀ ਹੈ ਜ਼ਿੰਦਗੀ ਵਿੱਚ, ਕੀਚੜ ਡੂਬੈ ਮੈਲ ਨਾ ਜਾਏ। ਐਸਾ ਜਿਹੜਾ ਵਿਕਾਰਾਂ ਦਾ ਚਿੱਕੜ ਹੈ, ਉਹਦੇ ਵਿੱਚ ਹੀ ਦੰਭੀ ਪਖੰਡੀ ਪੁਰਖ ਡੁੱਬ ਜਾਂਦਾ। ਜਿਹੜੀ ਪਾਪਾਂ ਦੀ ਕੋਈ ਵਿਸ਼ਿਆਂ ਦੀ ਮੈਲ ਲੱਗੀ, ਇਹ ਜਾਂਦੀ ਨਹੀਂ, ਕੱਟੀ ਨਹੀਂ ਜਾਂਦੀ ਹੈ। ਰਹਾਉ। ਵਿਸਰਾਮ ਦੇ ਕੇ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਹਨ। ਰਖ ਰਖ ਚਾਰਨ ਧਰੇ ਵਿਚਾਰੀ। ਜਿਹੜਾ ਹੰਸ ਮਾਨ ਸਰੋਵਰ ਦੇ ਉੱਪਰ ਰਹਿੰਦਾ ਹੈ, ਸੁੱਚੇ ਮੋਤੀਆਂ ਦਾ ਚੋਗਾ ਚੁਗਦਾ, ਉਹ ਆਪਣੇ ਜਿਹੜੇ ਚਾਰਨ ਪੈਰ ਹਨ, ਛਪੜੀ ਦੇ ਵੱਲੋਂ ਤੇ ਮਾੜੇ ਕੋਈ ਇਸ ਤਰ੍ਹਾਂ ਟੋਭਿਆਂ ਦੇ ਵੱਲੋਂ, ਰੱਖ ਰੱਖ ਦਾ ਅਰਥ ਹੈ ਰੋਕ ਰੋਕ ਕੇ ਰੱਖਦਾ ਹੈ। ਭਾਵ ਨਾ ਤਾਂ ਉਹ ਛਪੜੀਆਂ ਤੇ ਜਾ ਕੇ ਉਤਰੇਗਾ, ਨਾ ਕਿਸੇ ਟੋਭਿਆਂ ਦੇ ਉੱਤੇ ਹੰਸ ਦਿਸੇਗਾ। ਧਰੇ ਵਿਚਾਰੀ, ਵਿਚਾਰ ਪੂਰਵਕ ਹੋ ਕਰਕੇ, ਸੋਚ ਸਮਝ ਕਰਕੇ ਆਪਣੇ ਪੈਰ ਮਾਨ ਸਰੋਵਰ ਦੇ ਉੱਪਰ ਹੀ ਰੱਖਣੇ ਕਰਦਾ ਹੈ। ਦੁਬਿਧਾ ਛੋੜ ਭਏ ਨਿਰੰਕਾਰੀ। ਇਸੇ ਪ੍ਰਕਾਰ ਹੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਹੰਸਾਕਾਰ ਬਿਰਤੀ ਵਾਲੇ ਗੁਰੂ ਦੇ ਪਿਆਰੇ ਸੰਤ ਭਗਤ ਗੁਰਸਿੱਖ ਨੇ, ਉਹ ਵੀ ਐਸੀ ਕੁਸੰਗਤ ਦੀ ਜਿਹੜੀ ਛਪੜੀ ਹੈ, ਉਹਦੇ ਵੱਲੋਂ ਆਪਣੇ ਚਰਨ ਪੈਰਾਂ ਨੂੰ ਰੋਕ ਰੋਕ ਕੇ ਰੱਖਦੇ, ਕੁਸੰਗਤ ਵੱਲ ਨਹੀਂ ਜਾਣ ਦਿੰਦੇ। ਧਰੇ ਵਿਚਾਰੀ, ਵਿਚਾਰਵਾਨ ਹੋ ਕਰਕੇ, ਸੋਚ ਸਮਝ ਕਰਕੇ, ਵਿਚਾਰਵਾਨ ਬਣ ਕਰਕੇ ਆਪਣੇ ਪੈਰਾਂ ਨੂੰ ਗੁਰੂ ਰੂਪੀ ਐਸਾ ਜਿਹੜਾ ਮਾਨ ਸਰੋਵਰ ਹੈ, ਉਸ ਪਾਸੇ ਧਰਦੇ ਨੇ। ਭਾਵ ਗੁਰੂ ਦੀ ਸੰਗਤ ਦੇ ਵੱਲ ਨੂੰ ਚੱਲਦੇ ਹਨ। ਦੁਬਿਧਾ ਛੋੜ ਭਏ ਨਿਰੰਕਾਰੀ। ਉਹਨਾਂ ਦੇ ਗੁਰਮੁਖਾਂ ਨੇ ਅੰਦਰੋਂ ਜਿਹੜੀ ਦੁਬਿਧਾ ਦੁਚਿੱਤਾਪੁਣਾ ਹੈ, ਉਹਨੂੰ ਛੱਡ ਦਿੱਤਾ। ਨਿਰੰਕਾਰੀ ਪਰਮਾਤਮਾ ਵਾਹਿਗੁਰੂ ਦੇ ਆਸਰਤ ਹੋ ਗਏ ਹਨ। ਮੁਕਤ ਪਦਾਰਥ ਹਰ ਰਸ ਚਾਖੇ। ਐਸਾ ਜਿਹੜਾ ਮੁਕਤੀ ਦਾ ਪਦਾਰਥ ਹੈ, ਉਹਨਾਂ ਗੁਰਮੁਖਾਂ ਨੇ ਪ੍ਰਾਪਤ ਕਰ ਲਿਆ। ਕੇਵਲ ਮੋਕਸ਼ਤਾ ਜਿਹੜੀ ਸ਼ਲੋਕ, ਸਰੂਪ, ਸਮੀਪ ਤੇ ਸੁਜੁਜ, ਇਹਨਾਂ ਚਾਰ ਮੁਕਤੀਆਂ ਤੋਂ ਉੱਪਰਲੀ ਕੇਵਲ ਮੋਕਸ਼ਤਾ ਹੈ, ਉਸ ਨੂੰ ਪ੍ਰਾਪਤ ਕਰ ਲਿਆ। ਪ੍ਰਾਪਤ ਕਿਵੇਂ ਹੋਈ? ਹਰ ਰਸ ਚਾਖੇ। ਹਰੀ ਪਰਮਾਤਮਾ ਵਾਹਿਗੁਰੂ ਦਾ ਰਸ ਜਿਹੜਾ ਪ੍ਰੇਮ ਹੈ, ਉਹਨੂੰ ਚਾਖੇ ਧਾਰਨ ਕਰਕੇ ਮੁਕਤੀ ਹਾਸਲ ਹੋਈ ਹੈ। ਆਵਣ ਜਾਣ ਰਹੇ ਗੁਰ ਰਾਖੇ। ਜਿਨ੍ਹਾਂ ਦੇ ਸਤਿਗੁਰੂ ਰਖਵਾਲੇ ਬਣ ਗਏ ਨੇ, ਰਾਖੇ ਬਣ ਗਏ ਨੇ, ਉਹਨਾਂ ਦਾ ਆਵਣ ਦਾ ਅਰਥ ਹੈ ਜਨਮ ਲੈਣਾ, ਤੇ ਜਾਣ ਦਾ ਅਰਥ ਹੈ ਮਰ ਕਰਕੇ ਤੁਰ ਜਾਣਾ।
ਆਉਣਾ ਜਾਣਾ ਜੰਮਣਾ ਤੇ ਮਰਨਾ ਰਹਿ ਗਿਆ, ਕੱਟਿਆ ਗਿਆ ਗੁਰਮੁਖਾਂ ਦਾ, ਜਿਨ੍ਹਾਂ ਦੇ ਸਤਿਗੁਰੂ ਆਪ ਰਖਵਾਲੇ ਬਣ ਜਾਂਦੇ ਹਨ। ਸਰਵਰ ਹੰਸਾ ਛੋੜ ਨਾ ਜਾਏ। ਜਿਹੜੇ ਹੰਸ ਹੋਇਆ ਕਰਦੇ ਉਹ ਕਦਾ ਚਿਤ ਵੀ ਮਾਨ ਸਰੋਵਰ ਜਿਹੜਾ ਸਰੋਵਰ ਬਣਿਆ ਇਹਨੂੰ ਛੋੜ ਛੱਡ ਕਰਕੇ ਨਹੀਂ ਜਾਂਦੇ ਹਨ। ਹੰਸਾਕਾਰ ਬਿਰਤੀ ਵਾਲੇ ਜਿਹੜੇ ਗੁਰੂ ਪਿਆਰੇ ਸੰਤ ਭਗਤ ਗੁਰਸਿੱਖ ਨੇ ਉਹ ਵੀ ਗੁਰੂ ਰੂਪੀ ਮਾਨ ਸਰੋਵਰ ਨੂੰ ਛੱਡ ਕਰਕੇ ਹੋਰ ਕਿਸੇ ਪਾਸੇ ਨਹੀਂ ਜਾਇਆ ਕਰਦੇ। ਪ੍ਰੇਮ ਭਗਤ ਕਰ ਸਹਿਜ ਸਮਾਏ। ਉਹ ਗੁਰੂ ਦੇ ਪਿਆਰੇ ਤਾਂ ਕੇਵਲ ਪ੍ਰੇਮ ਦੇ ਸੰਯੁਕਤ ਹੋ ਕਰਕੇ ਪਰਮਾਤਮਾ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਦੇ ਨੇ। ਉਸ ਪ੍ਰੇਮਾ ਭਗਤੀ ਦੇ ਕਾਰਨ ਕਰਕੇ ਸਹਿਜ ਸਮਾਏ। ਸਹਿਜ ਦਾ ਅਰਥ ਸ਼ਾਂਤੀ ਦੇ ਸੰਯੁਕਤ ਹੋ ਗਏ, ਤੇ ਜਦੋਂ ਸ਼ਾਂਤੀ ਆ ਜਾਂਦੀ, ਟਿਕਾ ਆ ਜਾਂਦਾ, ਫਿਰ ਪਰਮਾਤਮਾ ਦੀ ਜੋਤ ਵਿੱਚ ਜਾ ਕੇ ਸਮਾ ਜਾਂਦੇ, ਅਭੇਦ ਹੋ ਜਾਂਦੇ। ਸਰਵਰ ਮਹਿ ਹੰਸ ਹੰਸ ਮਹਿ ਸਾਗਰ। ਸਤਿਗੁਰੂ ਜੀ ਨੇ ਬੜਾ ਸੁੰਦਰ ਪ੍ਰਮਾਣ ਬਖਸ਼ਿਸ਼ ਕੀਤਾ, ਜਿਵੇਂ ਸਰਵਰ ਮਹਿ ਹੰਸ। ਸਰਵਰ ਦਾ ਅਰਥ ਜਿਹੜਾ ਮਾਨ ਸਰੋਵਰ ਹੈ ਉਸ ਦੇ ਵਿੱਚ ਹੰਸ ਵਸਦੇ ਨੇ, ਤੇ ਉਹ ਸਰੋਵਰ ਦੀ ਸ਼ੋਭਾ ਹੰਸਾਂ ਕਰਕੇ ਹੋ ਰਹੀ ਹੈ। ਤੇ ਹੰਸ ਮਹਿ ਸਾਗਰ, ਤੇ ਜਿਹੜੇ ਹੰਸ ਨੇ ਤੇ ਉਹਨਾਂ ਦੀ ਸ਼ੋਭਾ ਮਾਨ ਸਰੋਵਰ ਕਰਕੇ ਹੈ। ਇਸੇ ਪ੍ਰਕਾਰ ਸਤਿਗੁਰੂ ਪਾਤਸ਼ਾਹ ਕਹਿੰਦੇ ਸਰਵਰ ਦੀ ਨਿਆਈ, ਸਰੋਵਰ ਦੀ ਨਿਆਈ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਹੈ। ਪਰਮਾਤਮਾ ਵਾਹਿਗੁਰੂ ਜੀ ਦੇ ਸਰੂਪ ਦੇ ਅੰਦਰ ਉਹਦੇ ਹੰਸਾਕਾਰ ਬਿਰਤੀ ਵਾਲੇ ਸੰਤ ਬੈਠੇ ਨੇ। ਉਹਨਾਂ ਸੰਤਾਂ ਕਰਕੇ ਪਰਮਾਤਮਾ ਵਾਹਿਗੁਰੂ ਦੀ ਸ਼ੋਭਾ ਵਡਿਆਈ ਹੈ। ਇਸੇ ਪ੍ਰਕਾਰ ਹੰਸ ਮਹਿ ਸਾਗਰ, ਜਿਹੜੇ ਹੰਸਾਕਾਰ ਬਿਰਤੀ ਵਾਲੇ ਸੰਤ ਭਗਤ ਗੁਰਸਿੱਖ ਨੇ, ਉਹਨਾਂ ਦੇ ਅੰਦਰ ਸਾਗਰ ਸਮੁੰਦਰ ਦੀ ਨਿਆਈ ਪਰਮਾਤਮਾ ਵਾਹਿਗੁਰੂ ਦੀ ਜਿਹੜੀ ਜੋਤ ਵਿਆਪਕ ਹੈ। ਪਰਮਾਤਮਾ ਦੀ ਸ਼ੋਭਾ ਸੰਤ ਮਹਾਤਮਾ ਕਰਕੇ, ਸਿਮਰਨ ਵਾਲੀਆਂ ਰੂਹਾਂ ਕਰਕੇ ਹੈ। ਉਹਨਾਂ ਸਿਮਰਨ ਕਰਨ ਵਾਲਿਆਂ ਦੀ ਸ਼ੋਭਾ ਪਰਮਾਤਮਾ ਵਾਹਿਗੁਰੂ ਕਰਕੇ ਬਣੀ ਹੋਈ ਹੈ। ਅਕਥ ਕਥਾ ਗੁਰ ਬਚਨੀ ਆਦਰ। ਗੁਰੂ ਦੇ ਪਿਆਰੇ ਗੁਰੂ ਸਾਹਿਬ ਦੇ ਬਚਨਾਂ ਦਾ ਆਦਰ ਸਤਿਕਾਰ ਕਰਦੇ ਨੇ। ਬੜੀ ਭਾਵਨਾ ਦੇ ਨਾਲ ਜਦੋਂ ਗੁਰੂ ਦੇ ਬਚਨਾਂ ਨੂੰ ਸੁਣਦੇ, ਫਿਰ ਅਕਥ ਕਥਾ ਨੂੰ ਕਹਿਣ ਦੇ ਉਹ ਯੋਗ ਬਣ ਜਾਂਦੇ ਨੇ। ਜਿਹੜੀ ਕਥਾ ਹੋਇਆ ਕਰਦੀ, ਅਕਥ ਸਰੂਪ ਦੀ ਕਥਾ ਦੋ ਤਰ੍ਹਾਂ ਦੇ ਨਾਲ ਵਿਦਵਾਨ ਕਥਾ ਕਰਦੇ ਨੇ। ਇੱਕ ਸ਼ਕਤੀ ਬਿਰਤੀ ਦੇ ਦੁਆਰਾ ਜਿਹੜਾ ਕਥਨ ਹੋਇਆ ਕਰਦਾ, ਇੱਕ ਲਖਣਾ ਬਿਰਤੀ ਦੇ ਨਾਲ ਕਥਨ ਹੈ। ਸ਼ਕਤੀ ਬਿਰਤੀ ਤਾਂ ਬੰਦੇ ਦੀ ਜਿੰਨੀ ਆਪਣੀ ਸ਼ਕਤੀ ਤਾਕਤ ਹੈ, ਪਾਵਰ ਹੈ, ਉਹਦੇ ਨਾਲ ਕੁਝ ਕਹਿ ਦੇਣਾ। ਪਰਮਾਤਮਾ ਦਾ ਤੇ ਇੱਕ ਜਿਹੜਾ ਰੋਮ ਮਾਤਰ ਵੀ ਬੰਦਾ ਕੁਝ ਕਹਿ ਨਹੀਂ ਸਕਦਾ। ਪਰਮਾਤਮਾ ਜਿੱਡੀ ਵੱਡੀ ਸ਼ਕਤੀ ਹੋਵੇ ਕਿਸੇ ਅੰਦਰ, ਉਹ ਪਰਮਾਤਮਾ ਦਾ ਕੁਝ ਕਹਿ ਸਕਦਾ। ਫਿਰ ਉਹਦੀ ਜਿਹੜੀ ਕਥਾ ਹੈ ਲਖਣਾ ਬਿਰਤੀ ਨਾਲ ਹੁੰਦੀ ਹੈ। ਉਹਦੇ ਲਖਣ ਦੱਸਣੇ, ਪਰਮਾਤਮਾ ਦੇ ਸਰੂਪ ਦੇ ਨਿਰਣੇ ਕਰ ਕਰਕੇ ਸਮਝਾਉਣਾ। ਇਹ ਅਕਥ ਸਰੂਪ ਦੀ ਕਥਾ ਇਸ ਤਰ੍ਹਾਂ ਗੁਰੂ ਦੇ ਪਿਆਰੇ ਕਰਦੇ ਨੇ। ਉਹਨਾਂ ਦੇ ਅੰਦਰ ਗੁਰੂ ਦੇ ਬਚਨਾਂ ਦਾ ਜਿਹੜਾ ਆਦਰ ਸਤਿਕਾਰ ਬਸ ਜਾਂਦਾ ਹੈ। ਸਤਿਕਾਰ ਪੂਰਵਕ ਸ਼ਰਧਾ ਵਾਲੇ ਬਚਨਾਂ ਨਾਲ ਫਿਰ ਪਰਮਾਤਮਾ ਦੀ ਲਖਣਾ ਬਿਰਤੀ ਦੇ ਨਾਲ ਅਕਥ ਸਰੂਪ ਦੀ ਕਥਾ ਕਰਦੇ ਹਨ। ਸੁਨ ਮੰਡਲ ਇੱਕ ਜੋਗੀ ਬੈਸੇ। ਸੁਨ ਮੰਡਲ ਦਾ ਅਰਥ ਜਿਹੜਾ 10ਵਾਂ ਦੁਆਰ ਹੈ, ਉਸ ਦੇ ਅੰਦਰ ਇੱਕ ਜੋਗੀ ਜਿਹੜਾ ਹੈ ਧਿਆਨ ਪੂਰਵਕ ਜਾ ਕਰਕੇ ਬੈਸੇ ਬੈਠ ਜਾਂਦਾ। ਨਾਰ ਨਾ ਪੁਰਖ ਕਹੋ ਕੋ ਕੈਸੇ। ਉਹ 10ਵਾਂ ਦੁਆਰ ਦੇ ਅੰਦਰ ਜਿਹੜੇ ਸਰੂਪ ਦਾ ਜੋਗੀ ਧਿਆਨ ਧਰਦੇ ਨੇ, ਉਹਨੂੰ ਅੰਗੁਸ਼ਟ ਪ੍ਰਮਾਣ ਕਹਿੰਦੇ ਨੇ। ਅੰਗੁਸ਼ਟ ਹੈ ਜਿਵੇਂ ਸਾਡੇ ਹੱਥ ਦਾ ਅੰਗੂਠਾ ਹੈ, ਏਡਾ ਕੋ ਸਰੂਪ ਜੋਗੀਆਂ ਨੇ 10ਵਾਂ ਦੁਆਰ ਦੇ ਵਿੱਚ ਮੰਨਿਆ ਜੀ ਦਾ ਧਿਆਨ ਰੱਖਦੇ ਨੇ। ਉਹ ਸਰੂਪ ਕਿਹੋ ਜਿਹਾ? ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ, ਉਹ ਨਾਰ ਨਾ ਪੁਰਖ ਕਹੋ ਕੋ ਕੈਸੇ। ਤੇ ਉਹਦੇ ਬਾਰੇ ਕੋਈ ਕੀ ਕਹਿ ਸਕਦਾ ਹੈ? ਉਹ ਤੇ ਜਿਹੜਾ ਸਤ ਸਰੂਪ ਪਰਮਾਤਮਾ ਵਾਹਿਗੁਰੂ ਸਤ ਚਿਤ ਆਨੰਦ ਰੂਪ ਹੈ, ਉਹਦੇ ਵਿੱਚ ਤਾਂ ਨਾਰ ਇਸਤਰੀ ਵਾਲਾ ਵੀ ਸਰੂਪ ਨਹੀਂ ਹੈ। ਜਿਹੜਾ ਅੰਗੁਸ਼ਟ ਪ੍ਰਮਾਣ, ਉਹਦਾ ਸਰੂਪ ਇਸਤਰੀ ਵਰਗਾ ਵੀ ਨਹੀਂ, ਤੇ ਪੁਰਖ ਨਾਮ ਵਿਅਕਤੀ ਵਰਗਾ, ਮਨੁੱਖ ਵਰਗਾ ਵੀ ਉਹਦਾ ਸਰੂਪ ਨਹੀਂ ਕਿਹਾ ਜਾ ਸਕਦਾ।
ਭਵਨ ਜੋਤ ਰਹੇ ਲਿਵ ਲਾਈ। ਜਿਹੜਾ ਤਿਰਭਵਨ ਤਿੰਨਾਂ ਹੀ ਭਵਨਾਂ ਵਿੱਚ ਮਾਤ ਲੋਕ ਵਿੱਚ ਦੇਵ ਲੋਕ ਤੇ ਪਤਾਲ ਲੋਕ ਦੇ ਅੰਦਰ ਜੋਤ ਪ੍ਰਕਾਸ਼ ਰੂਪ ਹੋ ਰਿਹਾ ਹੈ। ਜਾਗਰਤ ਸੁਪਨ ਤੇ ਸੁਖੋਪਤ ਤਿੰਨਾਂ ਅਵਸਥਾ ਦਾ ਜਿਹੜਾ ਪ੍ਰਕਾਸ਼ਤਾ ਪਰਮਾਤਮਾ ਜੋਤੀ ਸਰੂਪ ਹੈ, ਉਹਦੇ ਵਿੱਚ ਹੀ ਗੁਰੂ ਦੇ ਪਿਆਰੇ ਰਹੇ ਰਹਿੰਦੇ ਹਨ ਆਪਣੀ ਲਿਵ ਸੁਰਤੀ ਨੂੰ ਲਾ ਕਰਕੇ। ਸੁਰ ਨਰ ਨਾਥ ਸੱਚੇ ਸਰਣਾਈ। ਚਾਹੇ ਕਿਸੇ ਸੁਰ ਦੇਵਤੇ ਦੀ ਗੱਲ ਕਰ ਲਓ, ਚਾਹੇ ਮਨੁੱਖ ਦੀ ਗੱਲ ਕਰੋ, ਚਾਹੇ ਨਾਥ ਜਿਹੜੇ 9 ਨਾਥ ਨੇ, ਕਿਸੇ ਦੀ ਵੀ ਗੱਲ ਕਰ ਲਵੋ, ਸੱਚੇ ਸ਼ਰਨਾਈ। ਇਹ ਸਾਰੇ ਹੀ ਸੱਚੇ ਪਰਮਾਤਮਾ ਦੀ ਸ਼ਰਨ ਵਿੱਚ ਆ ਕੇ ਪਏ ਹਨ। ਆਨੰਦ ਮੂਲ ਅਨਾਥ ਆਧਾਰੀ। ਪਰਮਾਤਮਾ ਵਾਹਿਗੁਰੂ ਸਾਰੇ ਤਰ੍ਹਾਂ ਦੇ ਆਨੰਦ ਸੁੱਖਾਂ ਦਾ ਮੂਲ ਮੁੱਢ ਰੂਪ ਹੈ, ਜਿਨ੍ਹਾਂ ਦਾ ਕੋਈ ਵੀ ਜਿਹੜਾ ਮਾਲਕ ਨਹੀਂ ਹੈ। ਅਨਾਥ ਜਿਹੜੇ ਐਸੇ ਯਤੀਮ ਬੰਦੇ ਨੇ, ਬੇਸਹਾਰੇ ਹਨ, ਉਹਨਾਂ ਦਾ ਵੀ ਆਧਾਰੀ ਆਸਰਾ ਹੈ ਪਰਮਾਤਮਾ। ਗੁਰਮੁਖ ਭਗਤ ਸਹਿਜ ਵਿਚਾਰੀ। ਜਿਹੜੇ ਗੁਰੂ ਦੇ ਪਿਆਰੇ ਗੁਰਮੁਖ ਨੇ, ਗੁਰੂ ਦੀ ਸਿੱਖਿਆ ਤੇ ਚੱਲਣ ਵਾਲੇ, ਉਹ ਵਿਚਾਰਵਾਨ ਹੋ ਕਰਕੇ ਫਿਰ ਪਰਮਾਤਮਾ ਦੀ ਭਗਤੀ ਕਰਦੇ ਨੇ। ਭਗਤੀ ਕਰਦਿਆਂ ਕਰਦਿਆਂ ਫਿਰ ਸਹਿਜ ਅਵਸਥਾ ਵਿੱਚ ਚਲੇ ਜਾਂਦੇ ਹਨ। ਭਗਤ ਵਸ਼ਲ ਪੈ ਕਾਟਣ ਹਾਰੇ। ਪਰਮਾਤਮਾ ਵਾਹਿਗੁਰੂ ਦਾ ਸਰੂਪ ਕੈਸਾ ਹੈ? ਸਤਿਗੁਰੂ ਕਹਿੰਦੇ ਐ ਸਿੱਧ ਨਾਥੋ, ਉਹ ਤਾਂ ਭਗਤਾਂ ਦਾ ਬਛਲ ਪਿਆਰਾ ਹੈ। ਭੈ ਜਿਹੜਾ 7 ਤਰ੍ਹਾਂ ਦਾ ਡਰ ਹੈ, ਉਸ ਨੂੰ ਕੱਟਣ ਵਾਲਾ ਪਰਮਾਤਮਾ। ਹਉ ਮੈਂ ਮਾਰ ਮਿਲੇ ਪਗ ਧਾਰੇ। ਜਿਨ੍ਹਾਂ ਨੇ ਇਸ ਪ੍ਰਕਾਰ ਆਪਣੇ ਅੰਦਰੋਂ ਨਾਮ ਦਾ ਅਭਿਆਸ ਕਰਕੇ ਹਉਮੈ ਨੂੰ ਮਾਰ ਦੇਣਾ ਕੀਤਾ, ਮਿਲੇ ਪਗ ਧਾਰੇ। ਉਹ ਆਪਣੇ ਪਗ ਜਿਹੜੇ ਪੈਰ ਚਰਨ ਹਨ, ਗੁਰੂ ਦੇ ਇਸ ਪ੍ਰਕਾਰ ਚਰਨਾਂ ਨੂੰ ਚਿੱਤ ਚਰਨ ਨਾਮ ਘਰ ਘਰ ਪ੍ਰਣਾਮ। ਤੇ ਇਸ ਪ੍ਰਕਾਰ ਜਿਹੜੇ ਗੁਰੂ ਦੇ ਐਸੇ ਚਰਨ ਨੇ, ਉਹਨਾਂ ਨੂੰ ਹਿਰਦੇ ਵਿੱਚ ਧਾਰਨ ਕਰ ਲੈਂਦੇ ਨੇ। ਜਦੋਂ ਗੁਰੂ ਦੇ ਨਾਮ ਬਾਣੀ ਰੂਪ ਚਰਨ ਹਿਰਦੇ ਵਿੱਚ ਆ ਕੇ ਟਿਕ ਜਾਂਦੇ, ਬਸ ਜਾਂਦੇ, ਹਉਮੈ ਆਟੋਮੈਟਿਕ ਹੀ ਉੱਥੋਂ ਮਰ ਜਾਂਦੀ, ਖਤਮ ਹੋ ਜਾਂਦੀ ਹੈ। ਨਾਮ ਦਾ ਅਭਿਆਸ ਗੁਰਸਿੱਖ ਨੇ ਕਰਨਾ, ਉਹਦੇ ਸਦਕਾ ਹਉਮੈ ਮਾਧਮ ਪੈਂਦੀ ਜਾਂਦੀ। ਜਿਵੇਂ ਜਿਵੇਂ ਹਉਮੈ ਨਿਕਲਦੀ, ਗੁਰੂ ਦੀ ਬਾਣੀ, ਗੁਰੂ ਦਾ ਨਾਮ ਹਿਰਦੇ ਵਿੱਚ ਟਿਕਦਾ ਜਾਂਦਾ ਹੈ। ਤੇ ਜਦੋਂ ਇੱਕ ਦਿਨ ਹਉਮੈ ਬਿਲਕੁਲ ਅਭਾਵ ਹੋ ਗਈ, ਪਰਮਾਤਮਾ ਦੇ ਚਰਨ ਹਿਰਦੇ ਵਿੱਚ ਟਿਕ ਗਏ, ਉਸ ਦਿਨ ਗੁਰੂ ਦਾ ਸਿੱਖ ਮਿਲ ਜਾਂਦਾ ਹੈ। ਪਰਮਾਤਮਾ ਦੇ ਸਰੂਪ ਵਿੱਚ ਇਹਦੀ ਅਭੇਦਤਾ ਬਣ ਜਾਂਦੀ ਹੈ। ਅਨਕ ਜਤਨ ਕਰ ਕਾਲ ਸੰਤਾਏ। ਜਿਹੜੇ ਅਸੀਂ ਮਨਮੁਖ ਜੀਵ ਹਾਂ, ਅਨਕ ਯਤਨ ਕਰ, ਅਨੇਕਾਂ ਬੰਦਾ ਯਤਨ ਕਰਦਾ ਹੈ। ਕਾਦੇ ਵਾਸਤੇ? ਜਿਹੜਾ ਕਾਲ ਮੌਤ ਦਾ ਦੁਖਦਾਈ ਸਮਾਂ ਸੰਤਾਏ, ਇਹ ਦੁਖੀ ਕਰਦਾ। ਬੰਦਾ ਸੋਚਦਾ ਵੀ ਮੌਤ ਦੇ ਦੁਖਦਾਈ ਸਮੇਂ ਤੋਂ ਕਿਵੇਂ ਬਚਾਅ ਹੋ ਜਾਣਾ ਕਰੇ ਮੇਰਾ ਜ਼ਿੰਦਗੀ ਦਾ। ਇਸ ਤਰ੍ਹਾਂ ਮਨਮੁਖ ਬੰਦਾ ਅਨੇਕਾਂ ਯਤਨ ਕਰਦਾ, ਫਿਰ ਵੀ ਕਾਲ ਮੌਤ ਦਾ ਸਮਾਂ ਸੰਤਾਏ ਇਹਨੂੰ ਦੁਖੀ ਕਰਦਾ ਹੈ। ਮਰਨ ਲਿਖਾਏ ਮੰਡਲ ਮਹਿ ਆਏ। ਕਿਉਂਕਿ ਸਮੁੱਚੇ ਜਿਤਨੇ ਵੀ ਜੀਵ 84 ਲੱਖ ਜੂਨਾਂ ਵਿੱਚ ਆਏ ਨੇ, ਆਪਣੇ ਮਰਨ ਦਾ ਜਿਹੜਾ ਕਰਮ ਹੈ ਮੱਥੇ ਦੇ ਉੱਤੇ ਲਿਖਾ ਕਰਕੇ ਫਿਰ ਮੰਡਲ ਗੋਲਾਕਾਰੀ ਧਰਤੀ ਦੇ ਉੱਪਰ ਜੂਨਾਂ ਵਿੱਚ ਆਏ ਹਨ। ਜਨਮ ਪਦਾਰਥ ਦੁਬਿਧਾ ਖੋਵੈ। ਇਹ ਮਨੁੱਖਾ ਜਿਹੜਾ ਜਨਮ, ਇਹ ਬੜਮੁੱਲਾ ਪਦਾਰਥ ਪਰਮਾਤਮਾ ਵਾਹਿਗੁਰੂ ਜੀ ਨੇ ਦਿੱਤਾ ਸੀ, ਤੇ ਪਰੰਤੂ ਜੀਵ ਨੇ ਦੁਬਿਧਾ ਪੁਣੇ ਵਿੱਚ ਪੈ ਕਰਕੇ, ਦੁਚਿੱਤੀ ਪੁਣੇ ਦੇ ਅੰਦਰ ਹੋਣ ਕਰਕੇ ਇਸ ਨੂੰ ਭੰਗ ਦੇ ਭਾਣੀ ਖੋਵੈ, ਬਰਬਾਦ ਕਰ ਲਿਆ। ਆਪ ਨਾ ਚੀਨਸ ਭ੍ਰਮ ਭ੍ਰਮ ਹਾਰੇ। ਆਪ ਨਾ ਚੀਨਸ, ਆਪਣੇ ਸਰੂਪ ਨੂੰ ਚੀਨਸ ਜਿਹੜਾ ਹੈ ਇਹ ਨਹੀਂ ਜਾਣਨਾ ਕਰਦਾ ਜੀਵ, ਤੇ ਭ੍ਰਮ ਭ੍ਰਮ ਰੋਵੈ। ਬਾਰ-ਬਾਰ ਭਰਮ ਦਾ ਭਰਮਾਇਆ ਹੋਇਆ ਰੋਈ ਜਾਂਦਾ, ਬਰਲਾਪ ਕਰੀ ਜਾਂਦਾ, ਦੁਖੀ ਹੁੰਦਾ ਹੈ। ਕਹਿ ਤਉ ਪੜ ਤਉ ਸੁਣ ਤਉ ਏਕ। ਗੁਰੂ ਦੇ ਪਿਆਰੇ ਉਹ ਤਾਂ ਆਪਣੀ ਜ਼ੁਬਾਨ ਦੇ ਨਾਲ ਕਹਿਤੋ ਦਾ ਅਰਥ ਜਿਹੜਾ ਕਹਿਣਾ, ਉਚਾਰਨ ਕਰਨਾ, ਇੱਕ ਪਰਮਾਤਮਾ ਦਾ ਨਾਮ ਉਚਾਰਦੇ ਨੇ।
ਜੇ ਧਾਰਮਿਕ ਪੁਸਤਕਾਂ ਗ੍ਰੰਥ ਲੈ ਕਰਕੇ ਪੜ੍ਹਦੇ ਨੇ, ਇੱਕ ਪਰਮਾਤਮਾ ਦੀ ਸਿਫਤ ਲਿਖੀ ਹੋਈ ਪੜ੍ਹਦੇ ਨੇ। ਸੁਣ ਤੋਂ ਏਕ ਜੇ ਕਿਸੇ ਤੋਂ ਸੁਣਦੇ ਨੇ ਕੰਨਾਂ ਦੇ ਦੁਆਰਾ, ਇੱਕ ਪਰਮਾਤਮਾ ਦੀ ਸਿਫਤ ਹੀ ਸੁਣਦੇ ਹਨ। ਧੀਰਜ ਧਰਮ ਧਰਣੀ ਤਰ ਟੇਕ। ਜਿਹੜਾ ਐਸਾ ਧਰਤੀ ਦਾ ਧਾਰਨ ਵਾਲਾ ਆਸਰਾ ਰੂਪ ਪਰਮਾਤਮਾ ਹੈ, ਉਸ ਦੀ ਟੇਕ ਜਿਹੜੇ ਗੁਰਮੁਖਾਂ ਨੇ ਲੈ ਲਈ। ਜਿਨ੍ਹਾਂ ਨੇ ਪਰਮਾਤਮਾ ਦਾ ਆਸਰਾ ਲਿਆ, ਉਹਨਾਂ ਦੇ ਅੰਦਰ ਧੀਰਜ ਜਿਹੜਾ ਹੈ ਐਸਾ ਸੰਤੋਖ ਆ ਜਾਂਦਾ, ਟਿਕਾ ਆ ਜਾਂਦਾ ਜ਼ਿੰਦਗੀ ਵਿੱਚ, ਤੇ ਧਰਮ ਦਾ ਅਰਥ ਸਵੈ ਧਰਮ ਦੇ ਵਿੱਚ ਪਰਪੱਕ ਹੋ ਜਾਂਦੇ ਹਨ। ਜਤ ਸਤ ਸੰਜਮ ਹਿਰਦੈ ਸਮਾਏ। ਜਦੋਂ ਪਰਮਾਤਮਾ ਦਾ ਨਾਮ ਵਾਹਿਗੁਰੂ ਦਾ ਸਰੂਪ ਹਿਰਦੇ ਵਿੱਚ ਆ ਕਰਕੇ ਸਮਾ ਜਾਂਦਾ, ਵਸ ਜਾਂਦਾ, ਤੇ ਜਤੀਆਂ ਵਾਲਾ ਜਤ, ਸਤੀਆਂ ਵਾਲਾ ਸਤ, ਤੇ ਸੰਜਮ ਦਾ ਅਰਥ ਇੰਦਰੀਆਂ ਦਾ ਜਿਹੜਾ ਦਮਨ ਕਰਨਾ, ਇਹ ਸਾਰੇ ਸਾਧਨ ਕੀਤੇ ਹੋਏ ਸਫਲੇ ਬਣ ਜਾਂਦੇ ਹਨ। ਚੌਥੇ ਪਦ ਕਉ ਜੇ ਮਨ ਪਤਿਆਏ। ਜਿਹੜਾ ਐਸਾ ਮਨ ਹੈ, ਜੇਕਰ ਇਹ ਪਤੀਜ ਜਾਵੇ ਪਰਮਾਤਮਾ ਵਾਹਿਗੁਰੂ ਜੀ ਦੇ ਸਰੂਪ ਦੇ ਉੱਪਰ, ਗੁਰੂ ਦੇ ਉਪਦੇਸ਼ ਉੱਪਰ ਮਨ ਜਿਹੜਾ ਭਿੱਜ ਜਾਵੇ, ਫਿਰ ਚੌਥੇ ਪਦ ਦੀ ਜਿਹੜੀ ਪ੍ਰਾਪਤੀ ਕਰ ਲੈਂਦਾ ਜੀਵ। ਸਾਚੇ ਨਿਰਮਲ ਮੈਲ ਨਾ ਲਾਗੈ। ਸੱਚਾ ਪਰਮਾਤਮਾ ਵਾਹਿਗੁਰੂ ਆਪ ਹੈ, ਨਿਰਮਲ ਉਜਲਾ ਸਰੂਪ ਹੈ ਪਰਮਾਤਮਾ ਦਾ। ਉਸ ਸਰੂਪ ਨੂੰ ਕਦੇ ਵੀ ਮੈਲ ਨਹੀਂ ਲੱਗਦੀ ਹੈ। ਜਿਹੜਾ ਸੱਚੇ ਪਰਮਾਤਮਾ ਦੇ ਨਿਰਮਲ ਨਾਮ ਨੂੰ ਜਪਦਾ, ਉਸ ਜੀਵ ਦੀ ਜ਼ਿੰਦਗੀ ਵਿੱਚ ਪਾਪਾਂ ਦੀ ਫਿਰ ਮੈਲ ਨਹੀਂ ਲੱਗਿਆ ਕਰਦੀ। ਗੁਰ ਕੈ ਸ਼ਬਦ ਭਰਮ ਪਉ ਭਾਗੈ। ਗੁਰੂ ਸਾਹਿਬ ਦੇ ਸ਼ਬਦ ਦੀ ਐਸੀ ਕਮਾਈ ਕਰਕੇ, ਸ਼ਬਦ ਦਾ ਅਭਿਆਸ ਕਰਨ ਦੇ ਨਾਲ 5 ਪ੍ਰਕਾਰ ਦਾ ਭਰਮ ਤੇ 7 ਤਰ੍ਹਾਂ ਦਾ ਭਉ ਜਿਹੜਾ ਡਰ ਹੈ, ਸਾਰਾ ਹੀ ਭਾਗੈ ਭੱਜ ਜਾਂਦਾ ਹੈ। ਸੂਰਤ ਮੂਰਤ ਆਦ ਅਨੂਪ। ਉਸ ਪਰਮਾਤਮਾ ਵਾਹਿਗੁਰੂ ਦੀ ਜਿਹੜੀ ਮੂਰਤੀ, ਉਹਦਾ ਸਰੂਪ ਹੈ, ਉਹ ਸੂਰਤ ਅਤਿਅੰਤ ਹੀ ਸੁੰਦਰ ਹੈ। ਆਦ ਸਾਰਿਆਂ ਦਾ ਮੁੱਢ ਸਰੂਪ ਹੈ। ਅਨੂਪ ਉਪਮਾ ਤੋਂ ਰਹਿਤ ਪਰਮਾਤਮਾ ਕਿਹਾ ਜਾ ਸਕਦਾ। ਨਾਨਕ ਜਾਚੈ ਸਾਚ ਸਰੂਪ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਅਸੀਂ ਤਾਂ ਐਸੇ ਸੱਚੇ ਸਰੂਪ ਦੀ ਜਾਚਨਾ ਕਰਦੇ ਹਾਂ। ਤੁਸੀਂ ਵੀ ਗੁਰੂ ਦੇ ਪਿਆਰਿਓ, ਗੁਰੂ ਦੇ ਕੋਲ ਜਾ ਕਰਕੇ ਐਸੇ ਪਰਮਾਤਮਾ ਦੇ ਸੱਚੇ ਸਰੂਪ ਦੀ ਜਾਚਨਾ ਕਰੋ ਕਿ ਹੇ ਸਤਿਗੁਰੂ ਪਾਤਸ਼ਾਹ ਕਿਰਪਾ ਕਰੋ, ਜਿਹੜਾ ਸਤ ਚਿੱਤ ਆਨੰਦ ਸਰੂਪ ਹੈ ਪਰਮਾਤਮਾ ਦਾ, ਉਹ ਮੇਰੇ ਹਿਰਦੇ ਦੇ ਅੰਦਰ ਆ ਕਰਕੇ ਇਸਤਤ ਹੋ ਜਾਵੇ। ਉਸ ਸਰੂਪ ਦੇ ਐਸੇ ਲਖਤਾ ਕਰਕੇ ਮੈਂ ਜਿਹੜਾ ਹੈ ਆਨੰਦ ਸੁੱਖਾਂ ਦੀ ਪ੍ਰਾਪਤੀ ਕਰ ਸਕਾਂ। ਇਹ ਪਾਵਨ ਪਵਿੱਤਰ ਉਪਦੇਸ਼ ਉਸ ਵੇਲੇ ਅਚਲ ਬਟਾਲੇ ਦੀ ਧਰਤੀ ਤੇ ਸਿੱਧਾਂ ਦੇ ਪਰਥਾਏ ਸਤਿਗੁਰੂ ਪਾਤਸ਼ਾਹ ਨੇ ਉਚਾਰਨ ਕੀਤਾ। ਅੱਜ ਸਮੁੱਚੀ ਮਾਨਵਤਾ ਨੂੰ ਸਾਂਝਾ ਉਪਦੇਸ਼ ਸਾਨੂੰ ਸਤਿਗੁਰੂ ਜੀ ਨੇ ਬਖਸ਼ਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।